जी डेली पोस्ट पंजाबी ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਭੁਪਿੰਦਰ ਗਰੇਵਾਲ ਅੱਜ ਸੰਘਰਸ਼ 20ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਜੀ ਔਰ ਅਸੀਂ ਤੁਹਾਨੂੰ ਇਸ ਵੇਲੇ ਜਿਹੜੀ ਸਟੇਜ ਦੀ ਬੈਕ ਸਾਈਡ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਕਿਉਂਕਿ ਜਿਸ ਦਿਨ ਇਹ ਸੰਘਰਸ਼ 24 ਤਰੀਕ ਤੋਂ ਸ਼ੁਰੂ ਹੋ ਕੇ 26 ਤਰੀਕ ਤੱਕ ਜਦੋਂ ਇਹ ਦਿੱਲੀ ਪਹੁੰਚੇ ਉਹਦੇ ਬਾਅਦ ਚੋਂ ਕੁਝ ਕਿਸਾਨ ਜਿਹੜੇ ਦਿੱਲੀ 'ਚ ਐਂਟਰ ਹੋ ਗਏ ਸੀ, ਕੁਝ ਕਿਸਾਨ ਪਿੱਛੇ ਸੀ ਜਿਹੜੇ ਦਿੱਲੀ 'ਚ ਐਂਟਰ ਹੋ ਗਏ ਸੀ। ਜਦੋਂ ਵਾਪਸ ਆਉਣ ਲੱਗੇ ਤੇ ਪ੍ਰਸ਼ਾਸਨ ਨੇ ਵਿਚਾਲੇ ਪੱਥਰ ਬੈਰੀਕੇਡਿੰਗ ਕਰਕੇ, ਚਾਹੇ ਉਹ ਪੱਥਰਾਂ ਦੀ ਹੋਵੇ ਚਾਹੇ ਉਹ ਕੰਡੇ ਵਾਲੀਆਂ ਤਾਰਾਂ ਬੈਰੀਕੇਡ ਕਰਕੇ ਉਹਨਾਂ ਨੇ ਉੱਥੇ ਹੀ ਸੈਂਟਰ ਦੇ ਵਿੱਚ ਰੋਕ ਦਿੱਤਾ ਗਿਆ ਸੀ ਤੇ ਕੁਝ ਕਿਸਾਨ ਸੱਜੇ ਪਾਸੇ ਔਰ ਕੁਝ ਸਿੰਘੂ ਬਾਰਡਰ ਦੇ ਪਾਸੇ ਰਹਿ ਗਏ ਨੇ ਤੇ ਇਹ ਕਈ ਦਿਨਾਂ ਤੋਂ ਸ਼ਾਂਤੀਪੂਰਵਕ ਇੱਥੇ ਬੈਠੇ ਸੀ, ਆਪਣਾ ਸੰਘਰਸ਼ ਚੱਲ ਰਿਹਾ ਸੀ। ਪਰ ਕੁਝ 2 ਦਿਨ ਪਹਿਲਾਂ ਪ੍ਰਸ਼ਾਸਨ ਨੇ ਕੀ ਕੀਤਾ ਵੀ ਜਿਹੜੇ ਇੱਥੇ ਬੈਰੀਕੇਡਿੰਗ ਕੀਤੀ ਹੋਈ ਸੀ ਉਹਦੇ ਨਾਲ ਵਾਇਰਾਂ ਤਾਂ ਲਾਈਆਂ ਪੱਥਰਾਂ ਦੇ ਨਾਲ ਬੜੇ ਪੱਥਰ ਰੱਖਤੇ, ਅਸੀਂ ਤੁਹਾਨੂੰ ਦਿਖਾ ਸਕਦੇ ਹਾਂ। ਤੇ ਰਾਤ ਉਹਨਾਂ ਨੇ ਕੀ ਕੀਤਾ ਜੀ, ਪੱਥਰ ਮੂਵ ਕਰਕੇ ਇੱਥੇ ਕੰਟੇਨਰ ਰੱਖਤੇ ਤੇ ਨਾਲ ਇੱਥੇ ਵੱਡੇ ਜਿਹੜੇ ਟਰੱਕ ਹੁਣ 2 ਦਿਨਾਂ ਤੋਂ ਕੰਟੀਨਿਊਸਲੀ ਇਹ ਚੱਲ ਰਿਹਾ ਸੀ ਔਰ ਜਿਹੜੀ ਸੰਗਤ ਬੈਠੀ, ਸਰਕਾਰ ਆਪਣੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਉਹਨਾਂ ਤੋਂ ਮਜਬੂਰ ਹੈ ਔਰ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇੱਥੇ ਬੈਰੀਕੇਡਿੰਗ ਹੋਈ ਹੈ ਔਰ ਮੈਂ ਕਿਸਾਨਾਂ ਔਰ ਪ੍ਰਸ਼ਾਸਨ ਦੇ ਵਿੱਚ ਝੜਪ ਹੋ ਗਈ ਸੀ। ਕਿਸਾਨਾਂ ਨੇ ਆਪਣੇ ਟਰੈਕਟਰ ਲਿਆ ਕੇ ਜਿੰਨੇ ਵੀ ਪੱਥਰ ਸੀ, ਜਿੰਨੇ ਵੀ ਕੰਟੇਨਰ ਵਗੈਰਾ ਉਹਨਾਂ ਨੂੰ ਖਿੱਚ ਕੇ ਸਿੰਘੂ ਬੈਰੀਅਰ ਇੱਕ ਵਾਰੀ ਪਾਰ ਕਰ ਗਏ ਸੀ ਦੁਬਾਰਾ। ਫਿਰ ਇਹ ਹੁਣ ਤੋਂ 2-3 ਘੰਟੇ ਪਹਿਲਾਂ ਦੀ ਇਹ ਕਾਰਵਾਈ ਹੈ ਜੀ, ਪਰ ਹੁਣ ਫਿਰ ਸ਼ਾਂਤੀ ਹੋ ਗਈ ਹੈ, ਕੋਈ ਏਡੀ ਮਾਹੌਲ ਨਹੀਂ। ਪਰ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਚਾਹੀਦਾ। ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਹੌਲੀ ਹੌਲੀ ਦਿਖਾਉਂਦੇ ਆਉਣ। ਦੇਖੋ ਪਹਿਲਾਂ ਬੈਰੀਕੇਡਿੰਗ ਉਹਨਾਂ ਦੇ ਉਹ ਤੋਂ ਪਹਿਲਾਂ ਬੈਰੀਕੇਡਿੰਗ ਦੇ ਨਾਲ ਪੱਥਰ ਵੱਡੇ ਸੰਗਲਾਂ ਨਾਲ ਬੰਨੇ, ਇਸ ਤੋਂ ਬਾਅਦ ਹੁਣ ਕੰਟੇਨਰ ਰੱਖਤੇ ਨੇ, ਫਿਰ ਗਾਹਾਂ ਟਿੱਪਰ ਔਰ ਵਿੱਚ ਦੇਖੋ ਜਿਹੜੀ ਪੈਰਾਮਿਲਟਰੀ ਫੋਰਸ ਹੈ, ਆਰਮ ਫੋਰਸ। ਹੁਣ ਇੱਕ ਵੱਡਾ ਜਿਵੇਂ ਮੋਰਚਾ ਕਿਸੇ ਆਪਾਂ ਬਾਰਡਰ ਤੇ ਲਾਇਆ ਹੋਵੇ ਉਸ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਮੈਂ ਕੈਮਰਾਮੈਨ ਨੂੰ ਕਹੂੰਗਾ ਨਾਲ ਦੀ ਨਾਲ ਅੱਗੇ ਵਧਦੇ ਜਾਣ ਔਰ ਦਿਖਾਉਂਦੇ ਜਾਣ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਿੱਪਰ ਇੱਥੇ ਖੜੇ ਕਰ ਦਿੱਤੇ ਗਏ ਨੇ ਔਰ ਕੈਮਰਾਮੈਨ ਨੂੰ ਕਹੂੰਗਾ ਅੱਗੇ ਵਧਦੇ ਜਾਣ ਔਰ ਦਿਖਾਉਂਦੇ ਜਾਣ। ਔਰ ਤੁਸੀਂ ਇਹ ਵੀ ਜਾਣ ਕੇ ਹੈਰਾਨ ਰਹੋਗੇ ਵੀ ਜਿਹੜੇ ਟਿੱਪਰ ਨੇ, ਕੱਲ ਇਹਨਾਂ ਦੇ ਮਾਲਕ ਸਟੇਜ ਤੋਂ ਵੀ ਕਿਹਾ ਗਿਆ ਸੀ ਵੀ ਉਹਨਾਂ ਦੇ ਜਿਹੜੇ ਟਿੱਪਰ ਨੇ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਣ, ਪਰ ਇਹ ਜ਼ਬਰਦਸਤੀ ਟਿੱਪਰ ਲਿਆ ਕੇ ਇੱਥੇ ਖੜੇ ਕੀਤੇ ਗਏ ਹਨ। ਤੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਸਵੇਰ ਦੀ ਜਿਹੜੀ ਆਪਣੀ ਡੇਲੀ ਬਣਦੀਆਂ ਇੰਸਟਰਕਸ਼ਨਸ ਹੁੰਦੀਆਂ ਨੇ, ਟ੍ਰੇਨਿੰਗ ਹੁੰਦੀ, ਉਹ ਦੇਣ ਲੱਗੇ ਹੋਏ ਨੇ। ਜਿਵੇਂ ਵੀ ਜਿਹੜੀ ਰੋਜ਼ਮਰਾ ਦੀ ਰੂਟੀਨ ਹੈ ਇਹਨਾਂ ਦੀ ਮਾਰਨਿੰਗ ਦੀ। ਔਰ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਔਰ ਕੁਛ ਆਰਮੀ ਦੇ ਜਵਾਨ ਔਰ ਤੁਸੀਂ ਦੇਖ ਸਕਦੇ ਹੋ ਜਵਾਨਾਂ ਦੇ ਮੋਢਿਆਂ ਤੇ ਜਿਹੜੀਆਂ ਅਥਰੂ ਗੋਸ ਆਪਣੇ ਜਿਹੜੇ ਅਥਰੂ ਗੈਸ ਦੇ ਗੋਲੇ ਹੁੰਦੇ ਉਹਨਾਂ ਨਾਲ ਜਿਹੜੇ ਸਿੱਟਣ ਵਾਲੀਆਂ ਬੰਦੂਕਾਂ। ਔਰ ਮੈਂ ਅੱਗੇ ਕਹੂੰਗਾ ਕੈਮਰਾਮੈਨ ਨੂੰ ਥੋੜੇ ਜਿਹਾ ਅੱਗੇ ਆਉਣ, ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਵੀ ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਹਾਂ ਤੇ ਸਾਨੂੰ ਕਿਉਂ ਨਹੀਂ ਕੀਤਾ ਜਾਣ ਦਿੱਤਾ ਜਾ ਰਿਹਾ, ਕਿਉਂ ਸਾਨੂੰ ਬਾਰ-ਬਾਰ ਖਿਜਾਇਆ ਜਾ ਰਿਹਾ। ਔਰ ਇਹ ਤੁਸੀਂ ਦੇਖੋ ਇਹ ਜਿਹੜੀ ਬੈਰੀਕੇਡਿੰਗ ਜਿਹੜੀ ਤੁਹਾਨੂੰ ਇਸ ਵੇਲੇ ਦਿਖਾ ਰਹੇ ਆ, ਪਰਲੇ ਪਾਸੇ ਜੀ ਸਟੇਜ ਹੈ ਇਹਦੇ, ਜਿਹੜਾ ਪੰਜਾਬ ਵਾਲੇ ਪਾਸੇ ਆਉਣੇ ਆ। ਹੁਣ ਜਿਹੜੇ ਪਾਸੇ ਅਸੀਂ ਇਸ ਵੇਲੇ ਸੈਂਟਰ ਦੇ ਵਿੱਚ ਹੈ ਔਰ ਇਸ ਤੋਂ ਪਰਲੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਟਰਾਲੀਆਂ ਲੱਗੀਆਂ ਨੇ ਕਿਸਾਨ ਨੇ, ਕਿਉਂਕਿ ਇਹ ਉਹ ਕਿਸਾਨ ਨੇ ਜਿਹੜੇ ਦਿੱਲੀ ਪਹੁੰਚ ਗਏ ਸੀ ਔਰ ਦਿੱਲੀ ਪਹੁੰਚਣ ਦੇ ਬਾਅਦ ਚੋਂ ਡਿਸਾਈਡ ਕੀਤਾ ਗਿਆ ਵੀ ਅਸੀਂ ਦਿੱਲੀ ਨੂੰ ਬਾਹਰੋਂ ਘੇਰਾ ਪਾਉਣਾ ਤੇ ਉਸ ਕਰਕੇ ਇਹ ਜਦੋਂ ਵਾਪਸ ਮੁੜੇ ਤੇ ਜਦ ਤੱਕ ਇਹ ਬੈਰੀਕੇਡਿੰਗ ਹੋ ਚੁੱਕੀ ਸੀ ਔਰ ਇਹਨਾਂ ਨੇ ਉਹਨਾਂ ਨੂੰ ਜਿੱਥੇ ਜੋ ਸੀ ਉੱਥੇ ਹੀ ਰਹਿ ਗਏ। ਔਰ ਕਿਸਾਨਾਂ ਦਾ ਇਹ ਕਹਿਣਾ ਵੀ ਅਸੀਂ ਇਹਨਾਂ ਨੂੰ ਦੋਨੇ ਪਾਸਿਓਂ ਘੇਰਾ ਪਾਇਆ ਤੇ ਵੀ ਅਸੀਂ ਹੁਣ ਦੋਨੇ ਪਾਸਿਓਂ ਕਿਸੇ ਪਾਸੇ ਮੂਵ ਨਹੀਂ ਹੋਵਾਂਗੇ, ਨਾ ਅਸੀਂ ਕਿਸੇ ਪਾਸੇ ਜਾਵਾਂਗੇ। ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ CRPF ਦੇ ਜਵਾਨ ਵੀ ਤੁਹਾਨੂੰ ਨਜ਼ਰ ਆਉਣਗੇ ਔਰ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਗੱਡੀਆਂ, ਬਖਤਰਬੰਦ ਗੱਡੀਆਂ। ਅੱਗੇ ਵਧਦੇ ਜਾਓ। ਪਰਮਿੰਦਰ ਜੀ ਇੱਧਰ ਦਿਖਾਓ ਕਿਸਾਨਾਂ ਨੂੰ ਉਹ ਕਿਸ ਤਰ੍ਹਾਂ ਆਪਣਾ
ਸੋ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰਾਮੈਨ ਤੁਹਾਨੂੰ ਅਸੀਂ ਸਟੇਜ ਦੇ ਪਿਛਲੇ ਪਾਸਿਓਂ ਸ਼ੁਰੂ ਹੋ ਕੇ ਹੁਣ ਜਿੱਥੇ ਇਸ ਬੈਰੀਕੇਡਿੰਗ ਦੀ ਐਂਡ ਹੈ ਅਸੀਂ ਉੱਥੇ ਤੱਕ ਲੈ ਕੇ ਇਸ ਦੇ ਬਾਅਦ ਚੋਂ ਟਰਾਲੀਆਂ ਕਿਸਾਨ ਸਾਡੇ ਭਰਾ ਬੈਠੇ ਹੋਏ ਨੇ ਇਹ ਸ਼ੁਰੂ ਹੋ ਗਏ ਨੇ ਹੁਣ ਇੱਥੋਂ ਇਹ ਘੱਟੋ ਘੱਟ 100-200 ਫੁੱਟ ਬੈਠੇ ਨੇ 300 ਫੁੱਟ ਤੱਕ ਔਰ ਇੱਥੇ ਵੀ ਇੱਕ ਸਟੇਜ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਵੈਲਕਮ ਟੂ ਦਿੱਲੀ ਦਾ ਬੋਰਡ ਲੱਗਿਆ ਹੋਇਆ ਹੈ ਇਸ ਟਾਈਮ ਅਸੀਂ ਸਟੇਜ ਦੇ ਕੋਲੇ ਜਿਹੜੀ ਸਟੇਜ ਦੇ ਬੈਕ ਸਾਈਡ ਤੇ ਸ਼ਿੰਗੂ ਬੈਰੀਅਰ ਦੇ ਕੋਲੇ ਜਿਹੜੀ ਸਟੇਜ ਲੱਗੀ ਅਸੀਂ ਉੱਥੇ ਪਹੁੰਚ ਗਏ ਹਾਂ ਕੱਟ ਦੇ ਕੇ ਇਹ ਸਾਨੂੰ ਕਹਿੰਦੇ ਆਗੇ ਅੱਤਵਾਦੀ ਨੇ ਦੇਖ ਸਕਦੇ ਹੋ ਭਿੰਡਰਾਂ ਵਾਲਿਆਂ ਨੇ ਸਟੇਜ ਦੇ ਉੱਪਰੋਂ ਸੰਬੋਧਨ ਕੀਤਾ ਜਾ ਰਿਹਾ ਵੱਖ-ਵੱਖ ਕਿਸਾਨ ਆਗੂ ਕੰਨਿਓ ਜਾਂ ਹੋਰ ਵੀ ਕਿਸਾਨੀ ਦੀਆਂ ਮੰਗਾਂ ਮੰਗੀਆਂ ਕਿਉਂਕਿ ਦੋਨੇ ਪਾਸੇ ਕਿਸਾਨ ਬੈਠੇ ਨੇ ਔਰ ਦੋਨੇ ਪਾਸੇ ਕਿਸਾਨ ਆਗੂ ਨੇ ਔਰ ਸਟੇਜ ਸਾਂਝੀ ਕਰਕੇ ਵੰਡ ਰਹੇ ਨੇ ਤੇ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਪਰਮਿੰਦਰ ਜੀ ਇੱਧਰ ਆ ਕੇ ਤੁਸੀਂ ਜੇ ਕੈਮਰਾ ਘੁਮਾ ਸਕੋ ਤਾਂ ਪਿੱਛੇ ਨੂੰ ਜਿੱਥੇ ਦੁਬਾਰਾ ਫੇਰ ਟਰਾਲੀਆਂ ਇੱਥੇ ਬੈਰੀਕੇਡਿੰਗ ਤੁਹਾਨੂੰ ਦੁਬਾਰਾ ਅੱਗੇ ਜਾ ਕੇ ਦਿਖਾਉਣੇ ਆ ਕਿਉਂਕਿ ਜੇ ਤੁਸੀਂ ਦੇਖ ਸਕਦੇ ਹੋ ਦੇਖੋ ਇੱਥੇ ਵੈਲਕਮ ਟੂ ਦਿੱਲੀ ਦਾ ਬੋਰਡ ਜਿੱਥੇ ਲੱਗਿਆ ਹੋਇਆ ਜੀ ਇੱਥੋਂ ਐਕਚੁਅਲ ਦਿੱਲੀ ਸਹੀ ਮਾਇਨੇ 'ਚ ਸਟਾਰਟ ਹੁੰਦੀ ਹੈ ਜਿੱਥੇ ਅਸੀਂ ਸਟੇਜ ਪਹਿਲਾਂ ਲਾਈਏ ਜਿੱਥੇ ਮੋਰਚਾ ਮੇਨ ਸਟੇਜ ਜਿੱਥੇ ਸੰਭਾਲੀ ਗਈ ਹੈ ਉਹਦੇ ਬਾਅਦ ਚੋਂ ਕੁਝ ਕਦਮ ਦੇ ਉੱਤੇ ਹੀ ਦਿੱਲੀ ਬਾਰਡਰ ਜਿਹਨੂੰ ਸਿੰਘੂ ਬੈਰੀਅਰ ਕਿਹਾ ਜਾਂਦਾ ਜੀ ਉੱਥੇ ਅਸੀਂ ਔਰ ਤੁਹਾਨੂੰ ਦਿਖਾ ਰਹੇ ਹਾਂ ਵੀ ਜਿੱਥੇ ਟਰਾਲੀਆਂ ਇਹ ਜਿਹੜੀ ਦੂਸਰੇ ਪਾਸੇ ਸਟੇਜ ਲੱਗੀ ਆ ਇਹਦੇ ਨਾਲ ਅੱਗੇ ਟਰਾਲੀਆਂ ਸਾਰੀਆਂ ਖੜੀਆਂ ਹੋਈਆਂ ਹਨ ਔਰ ਇਸ ਦੇ ਦੂਜੇ ਪਾਸੇ ਵੀ ਬੈਰੀਕੇਡਿੰਗ ਉਹ ਵੀ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿੱਥੇ ਇਹ ਸਵੇਰੇ ਕਿਸਾਨ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰ ਰਹੇ ਆਪਣਾ ਬੈਠੇ ਆ ਸ਼ਾਂਤੀਪੂਰਵਕ ਪਰ ਸਰਕਾਰ ਕਿਤੇ ਨਾ ਕਿਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਇਹਨਾਂ ਦਾ ਇਮਤਿਹਾਨ ਲੈ ਰਿਹਾ ਹੈ ਔਰ ਇਸੇ ਚੱਕਰ ਦੇ ਵਿੱਚ ਸਵੇਰੇ ਅੱਜ ਤੋਂ ਹੁਣ ਤੋਂ ਕੁਝ ਘੰਟੇ ਪਹਿਲਾਂ ਜੋ ਹੋਇਆ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਸੈਕੰਡ ਬੈਰੀਕੇਡ ਜਿਹਨੂੰ ਆਪਾਂ ਕਹਿ ਦਈਏ ਬੈਰੀਕੇਡਿੰਗ ਜਿਹੜੀ ਹੋਈ ਆ ਉਹ ਆ ਗਈ ਹੈ ਔਰ ਕਾਫੀ ਪੁਲਿਸ ਔਰ ਫੋਰਸ ਤਾਇਨਾਤ ਕੀਤੀ ਹੈ ਔਰ ਜਿਹੜੀ ਤੁਸੀਂ ਕ੍ਰੇਨਾਂ ਵੀ ਦੇਖ ਸਕਦੇ ਹੋ ਔਰ ਇਹ ਦੁਬਾਰਾ ਇੱਥੇ ਸੋ ਤੁਸੀਂ ਦੇਖ ਸਕਦੇ ਹੋ ਵੀ ਪ੍ਰਸ਼ਾਸਨ ਕੰਨੀਓ ਕ੍ਰੇਨ ਲਿਆ ਕੇ ਦੁਬਾਰਾ ਇੱਥੇ ਪੱਥਰ ਔਰ ਬੈਰੀਕੇਡ ਤੇ ਔਰ ਪੱਥਰ ਰੱਖੇ ਜਾ ਰਹੇ ਨੇ ਔਰ ਕਿਸਾਨ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਹੈ ਜਦੋਂ ਅਸੀਂ ਇੱਥੇ ਸ਼ਾਂਤੀਪੂਰਵਕ ਬੈਠੇ ਆਂ ਤੇ ਸਾਨੂੰ ਕਿਉਂ ਤੁਸੀਂ ਉਕਸਾਉਂਦੇ ਹੋ ਕਿਉਂ ਸਾਨੂੰ ਪ੍ਰਵੋਕ ਕਰਦੇ ਹੋ ਵੀ ਅਸੀਂ ਤੁਹਾਨੂੰ ਮਜਬੂਰ ਹੋਈਏ ਇਹ ਪੱਥਰ ਪਰਾਂ ਕਰਨ ਤੋਂ ਜਦੋਂ ਅਸੀਂ ਇੱਕ ਚੁੱਪ ਕੇ ਬੈਠ ਕੇ ਸੰਘਰਸ਼ ਕਰ ਰਹੇ ਹਾਂ ਤਾਂ ਸਾਨੂੰ ਕਰਨ ਤੋਂ ਸਾਡੇ ਨਾਲ ਇੱਕ ਕਿਸਾਨ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਕੀ ਹੋਇਆ ਇੱਥੇ ਔਰ ਕਿਉਂ ਇਹ ਸਥਿਤੀ ਬਣੀ ਸੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੋਗਾ ਸਿੰਘ ਹੈ ਜੀ ਕੀ ਹੋਇਆ ਸੀ ਜੀ ਇੱਥੇ ਜਿਹੜਾ ਇੱਥੇ ਕੁਝ ਨਹੀਂ ਹੋਇਆ ਜੀ ਤਾਂ ਜੋ ਕੁਝ ਹੋਣ ਡਿਆ ਇਹੀ ਹੋਣ ਡਿਆ ਸੀਗਾ ਫਿਰ ਅਸੀਂ ਟਰੈਕਟਰ ਅੱਗੇ ਵਧਾਏ ਆ ਇੱਥੇ ਅਸੀਂ ਆ ਖੜ ਗਏ ਆ ਤੇ ਹੁਣ ਦੁਬਾਰਾ ਫੇਰ ਕਨੇਨਾਂ ਪੱਥਰ ਲਾ ਰਹੀਆਂ ਤੇ ਬਾਕੀ ਜੋ ਪ੍ਰਮਾਤਮਾ ਨੂੰ ਜੋ ਹੋ ਰਿਹਾ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਤੇ ਇਸ ਕਰਕੇ ਅਸੀਂ ਪ੍ਰਮਾਤਮਾ ਦੇ ਕਿਸਾਨ ਯੂਨੀਅਨਾਂ ਦੇ ਤੇ ਮਜ਼ਦੂਰ ਕਿਸਾਨ ਏਕਤਾ ਦੇ ਬਹੁਤ ਧੰਨਵਾਦੀ ਹਾਂ ਤੇ ਸੰਘਰਸ਼ ਨੂੰ ਅਸੀਂ ਤਾਂ ਕਹਿੰਦੇ ਸਰਕਾਰ ਸਾਡੀ ਮੰਗਾਂ ਮੰਨੇ ਅਸੀਂ ਆਪਣੇ ਘਰਾਂ ਨੂੰ ਜਾਈਏ ਪਰ ਇਹ ਜਿਹੜੀ ਬੈਰੀਕੇਡਿੰਗ ਹੋ ਰਹੀ ਹੈ ਕਈ ਦਿਨਾਂ ਤੋਂ ਹੋ ਰਹੀ ਸੀ 2-3 ਦਿਨਾਂ ਤੋਂ ਪਰ ਅੱਜ ਇਹਨਾਂ ਨੇ ਇਸ ਪਾਸੇ ਵੀ ਲਾਤਾ ਇਸ ਦਾ ਕੋਈ ਰੀਜ਼ਨ ਦੱਸਿਆ ਇਹਨਾਂ ਨੇ ਕਿ ਵੈਸੇ ਹੀ ਇਹ ਰੀਜਨ ਤਾਂ ਜੀ ਹੁਣ ਉਹਨਾਂ ਨੂੰ ਪੁੱਛੋ ਜੀ ਸਾਡੇ ਤਾਂ ਕੋਈ ਰੀਜਨ ਨਹੀਂ ਅਸੀਂ ਤਾਂ ਆਪਣੇ ਬੈਠੇ ਤੁਹਾਡੇ ਸਾਹਮਣੇ ਆ ਰੀਜਨ ਤਾਂ ਉਹਨਾਂ ਨੂੰ ਪੁੱਛੋ ਪ੍ਰਸ਼ਾਸਨ ਨੂੰ ਪੁੱਛੋ ਨਾ ਇਹ ਜਵਾਬ ਨਹੀਂ ਵੀ ਪ੍ਰਸ਼ਾਸਨ ਜਾਣ ਬੁੱਝ ਕੇ ਬਈ ਕਿਸਾਨਾਂ ਨੂੰ ਚੜਾ ਰਿਹਾ ਜਿਹਨੂੰ ਆਪਾਂ ਕਹਿ ਦਈਏ ਪ੍ਰਵੋਕ ਕਰ ਰਿਹਾ ਵੀ ਧੱਕੇ ਨਾਲ ਵੀ ਨਹੀਂ ਜੀ ਅਸੀਂ ਤਾਂ ਤੁਹਾਨੂੰ ਪਿੱਛੇ ਕਿਉਂਕਿ ਇਹਨਾਂ ਦਾ ਜੇ ਦੇਖਿਆ ਜਾਵੇ ਇਹਨਾਂ ਦਾ ਮੇਰੇ ਖਿਆਲ ਇਹ ਕਰ ਰਿਹਾ ਵੀ ਹੌਲੀ ਬੈਰੀਕੇਡਿੰਗ ਪਿੱਛੇ ਕਰਕੇ ਤੁਹਾਨੂੰ ਉਸ ਪਾਸੇ ਵੱਲ ਧੱਕਣਾ ਚਾਹੁੰਦੇ ਆ ਉਹ ਤਾਂ ਹੈਗਾ ਹੀ ਆ ਜੀ ਇਹ ਤੁਸੀਂ ਹੁਣ ਅੱਜ ਇਹ ਗੱਲ ਕਹਿੰਦੇ ਆ ਸਾਨੂੰ ਹਰਿਆਣੇ 'ਚ ਵੀ ਪਿੱਛੇ ਧੱਕ ਰਹੇ ਸੀ ਪੰਜਾਬ 'ਚੋਂ ਹਰਿਆਣੇ 'ਚ ਐਂਟਰ ਹੋਏ ਫਿਰ ਇੱਧਰ ਸਾਰੇ ਬੈਰੀਕੇਡ ਹੁੰਦੇ ਸੀ ਇੱਥੇ ਪਹੁੰਚ ਗਏ ਆ ਹੁਣ ਫਿਰ ਉਹੀ ਹਾਲ ਹੈ ਇਹ ਸਟੇਜ ਦੇ ਜਿਹੜੀ ਮੇਨ ਸਟੇਜ ਉਹਦੀ ਬੈਕ ਸਾਈਡ ਤੇ ਆ ਕਿੰਨਾ ਕੁ ਕਿਸਾਨ ਇੱਥੇ ਕਿੰਨੀ ਕੁ ਟਰਾਲੀ ਹੈ ਜੀ ਇੱਥੇ ਤੁਹਾਡੇ ਸਾਡੀ ਗਿਣਤੀ ਤੋਂ ਬਾਹਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਆ ਹੁਣ ਤਾਂ ਲੱਖਾਂ ਦੇ ਹਿਸਾਬ ਨਾਲ ਟਰਾਲੀ ਆ ਰਹੀ ਆ ਪੰਜਾਬ ਤੋਂ ਕਿਸਾਨ ਵੀ ਆ ਰਿਹਾ ਮਜ਼ਦੂਰ ਵੀ ਆ ਰਿਹਾ ਇਹ ਮਸਲਾ ਨਾ ਕਿ ਇਕੱਲੇ ਕਿਸਾਨ ਦਾ ਆ ਬਿਜ਼ਨਸਮੈਨ ਦਾ ਵੀ ਆ ਦੁਕਾਨਦਾਰ ਦਾ ਵੀ ਆ ਦਿਹਾੜੀਦਾਰ ਦਾ ਵੀ ਆ
ਤੇ ਸਵੇਰੇ ਜਿਵੇਂ ਸੁਣਨ ਨੂੰ ਮਿਲਦਾ ਜੀ ਵੀ ਬੈਰੀਕੇਟਿੰਗ ਪਾਰ ਕਰਕੇ ਸਿੰਘੂ ਬੈਰੀਅਰ ਟੱਪ ਗਏ ਸੀ ਟਰੈਕਟਰ ਲਿਆ ਕੇ ਤੇ ਉਹ ਫਿਰ ਵਾਪਸ ਆ ਗਏ ਜੀ ਇੱਧਰ ਨੂੰ। ਨਹੀਂ ਵਾਪਸ ਨਹੀਂ ਆਏ ਜੀ, ਇੱਥੇ ਤੱਕ ਆਏ ਆ। ਅੱਛਾ ਇੱਥੇ ਤੱਕ ਇੱਥੋਂ ਪਿੱਛੇ ਨਹੀਂ ਹਟੇ, ਐਸੀ ਜਗ੍ਹਾ ਤੇ ਖੜੇ ਜਿੱਥੇ ਤੱਕ ਆਏ ਆ ਤੇ ਅਸੀਂ। ਪਹਿਲਾਂ ਫਿਰ ਕਿੱਥੇ ਤੱਕ ਸੀ ਜੀ ਇੱਥੇ? ਪਿੱਛੇ ਲੱਗ ਗਈ ਸੀਗਾ ਸਟੇਜ ਤੇ। ਅੱਛਾ ਜੀ ਹਾਂਜੀ ਹੁਣ ਅਸੀਂ ਇੱਥੇ ਤੱਕ ਆਏ। ਠੀਕ। ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਵੱਧ ਕੇ ਤੁਹਾਨੂੰ ਅਸੀਂ ਕਿਸੇ ਹੋਰ ਨਾਲ ਵੀ ਗੱਲ ਕਰਾਉਣੇ ਆ। ਭਾਈ ਜੀ ਕੀ ਕਹਿਣਾ ਤੁਹਾਡਾ, ਇੱਥੇ ਜਿਹੜਾ ਇਹ ਬੈਰੀਕੇਟਿੰਗ ਇਹ ਕੀਤੀ ਸੀ ਜਦੋਂ ਇੱਕ ਕਿਸਾਨ ਸ਼ਾਂਤੀਪੂਰਵਕ ਜੁੱਤੀਆਂ ਕੀ ਮਸਲਾ ਜੀ ਇਹ ਕਹਿਣਾ ਮੋਦੀ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ। ਇਹ ਕਹਿਣਾ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ, ਮੋਦੀ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ, ਮੋਦੀ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ, ਮੋਦੀ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ। ਸੋ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕੁਝ ਕਿਸਾਨ ਨੌਜਵਾਨ ਵੀਰ ਨੇ। ਕੀ ਹੋਇਆ ਜੀ ਇੱਥੇ, ਕੀ ਰੌਲਾ ਪੈ ਗਿਆ? ਰੋਲਾ ਇਹ ਪਿਆ ਸਰਕਾਰਾਂ ਨੇ ਪਾਇਆ ਵੀਰ ਜੀ, ਠੀਕ ਹੈ ਜੀ। ਸਾਨੂੰ ਅੱਜ 3 ਦਿਨ ਹੋ ਗਏ ਸੀ, ਸਾਡੇ ਜਿਹੜੇ ਸਰਦਾਰ ਸਤਨਾਮ ਸਿੰਘ ਪੰਨੂ ਸਾਹਿਬ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਾਂ ਕੋਈ ਹੁੱਲੜਬਾਜ਼ੀ ਨਹੀਂ ਕਰਨੀ ਹੈਗੀ, ਕੋਈ ਆਪਾਂ ਕੋਈ ਇਦਾਂ ਦਾ ਕਦਮ ਨਹੀਂ ਚੁੱਕਣਾ ਹੈਗਾ ਕਿ ਜਿਹੜੀ ਸਾਡੀ ਸੱਚਾਈ ਹੈ ਨਾ, ਉਹ ਜਿਹੜਾ ਮੀਡੀਆ ਉਹ ਜਿਹੜੀ ਸਾਡੀ ਸੱਚਾਈ ਹੈ ਨਾ ਉਹ ਲੁਕੋ ਕੇ, ਤੇ ਜੇ ਕੋਈ ਗਰਮ ਹੋ ਕੇ ਕੋਈ ਆਪਣਾ ਪੰਜਾਬੀ ਭਰਾ ਗਰਮ ਹੋ ਕੇ ਕੋਈ ਜੋਸ਼ ਵਿੱਚ ਜੇ ਕੋਈ ਉਹਦੇ ਮੂੰਹ ਦੇ ਵਿੱਚੋਂ ਜਿੱਦਾਂ ਕਿ ਨਿਕਲ ਜਾਂਦੀ ਕੋਈ ਗੱਲ, ਉਹ ਸਾਡੀ ਉਹਨਾਂ ਨੂੰ ਚੁੱਕ ਕੇ ਪਹਿਲੇ ਦੇਣੀ ਹੈ। ਮੋਦੀ ਮੀਡੀਆ ਦਾ ਇਹੋ ਕੰਮ ਉਹ ਦੇਣੀ ਹੈ ਸਾਡੀ, ਤੇ ਜਿਹੜੀ ਸਾਡੀ ਚੰਗੀ ਹੈ ਵੀ ਉਹ ਸਾਡੀ ਲੁਕਾਉਣੀ ਹੈ। ਅਸੀਂ ਤੇ ਇਹ ਗੱਲ ਕਹਿੰਦੇ ਹੈਗੇ ਕਿ ਮੀਡੀਆ ਗਾਂ ਦੱਸੇ ਵੀ ਅਸੀਂ ਆਏ ਆ, ਸਾਡਾ ਸੰਘਾ ਕੁੱਟਣ ਲੱਗੀ ਸਰਕਾਰ, ਠੀਕ ਹੈ ਜੀ। ਤੇ ਅਸੀਂ ਹੁਣ ਮਜਬੂਰ ਹੋਏ ਆ ਵੀ ਪ੍ਰਸ਼ਾਸਨ ਨੂੰ 4-5 ਦਿਨ ਹੋ ਗਏ ਸੀ ਵੀ ਆਹ ਬੈਰੀਕੇਡ ਦਾ ਕਹਿੰਦਿਆਂ ਨੂੰ ਨਹੀਂ ਚੁੱਕਦੇ ਹੈਗੇ ਵੀਰ ਜੀ ਉਹ। ਫਿਰ ਅਸੀਂ ਅੱਜ ਸਾਨੂੰ ਹੁਕਮ ਹੋਇਆ ਜਦੋਂ, ਤੇ ਸਾਡੀ ਜਥੇਬੰਦੀ ਨੇ ਆਣ ਕੇ ਅਸੀਂ ਕਿਸੇ ਸ਼ਾਂਤਮਈ ਤਰੀਕੇ ਦੇ ਨਾਲ ਆ ਬੈਰੀਕੇਡ ਚੱਕ ਕੇ ਸਾਈਡ ਤੇ ਕੀਤੇ ਨੇ, ਆਪਣਾ ਲੰਗਰ ਚੱਲਦਾ ਪਿਆ, ਸਾਰੇ ਭੈਣ ਭਰਾ ਬਹਿ ਕੇ ਛਕਦੇ ਪਏ ਨੇ, ਕਿਸੇ ਨਾਲ ਕੋਈ ਮਾੜਾ ਨਹੀਂ, ਕੋਈ ਗੱਲ ਨਹੀਂ। ਪ੍ਰਸ਼ਾਸਨ ਆਂਦਾ ਉਹ ਵੀ ਆਂਦਾ ਹੋਵੇ, ਉਹ ਤੇ ਕਹਿੰਦੇ ਅਸੀਂ ਹੁਕਮ ਦੇ ਬੱਜੇ ਆ, ਆਪਣੀ ਡਿਊਟੀ ਕਰਦੇ ਪਏ ਆ ਭਾਈ, ਠੀਕ ਆ। ਤੇ ਬਾਕੀ ਚੱਕਰ ਇਹ ਹੈਗਾ ਕਿ ਜੇ ਸਰਕਾਰਾਂ ਨਾ ਮੰਨੀਆਂ ਵੀਰ ਮੇਰਿਓ, ਸਾਡੇ ਦੇ ਬਾਪੂ ਲੈ ਕੇ ਆਏ ਨਾ 6-6 ਮਹੀਨੇ ਦਾ ਰਾਸ਼ਨ, ਤੇ ਜਿਹੜਾ ਅਸੀਂ ਲੈ ਕੇ ਆਏ ਨਾ, ਅਸੀਂ ਲੈ ਕੇ ਆਏ 1.5 ਸਾਲ ਦਾ। ਜਿਹੜਾ ਸਾਡਾ ਰਾਸ਼ਨ ਹੈ, ਤੇ ਬਾਕੀ ਬਾਪੂ ਸਾਡਾ ਬਲਵਾਨ ਹੈ 10ਵੇਂ ਪਾਤਸ਼ਾਹ, ਤੇ ਜਦੋਂ ਉਹਨਾਂ ਦੀ ਕਿਰਪਾ ਹੋ ਜੇ ਨਾ, ਤੇ ਬੈਰੀਕੇਡ ਛੱਡ ਕੇ ਮੋਦੀ ਵਰਗੇ ਕੀ ਸਾਰੇ ਚੁੱਕੇ ਜਾਣੇ ਨੇ। ਹੁਣ ਜਿਹੜੀ ਇਹ ਬੈਰੀਕੇਟਿੰਗ ਜਦੋਂ ਸਵੇਰੇ ਜਦੋਂ ਤੁਸੀਂ ਇਹ ਹੋਇਆ, ਉਹਦੇ ਬਾਅਦ ਚੋਂ ਕਿਸਾਨਾਂ ਨੇ ਖਿੱਚ ਕੇ ਆਪਣੇ ਟਰੈਕਟਰਾਂ ਨਾਲ ਪਰਾਂ ਕਰਤੀ, ਹੱਥਾਂ ਨਾਲ ਖਿੱਚ ਕੇ ਪਰਾਂ ਕਰਤੇ, ਉਹਨਾਂ ਨੇ ਕੀ ਦੁਬਾਰਾ ਫੇਰ ਉੱਥੇ ਹੀ ਲਾਤੇ ਨੇ? ਨਹੀਂ ਉਹ ਨਹੀਂ ਜਿਹੜਾ ਗਲਤ ਨਹੀਂ ਉਹਨਾਂ ਨੇ ਚੁੱਕ ਕੇ ਪਿੱਛੇ ਜਿਹੜੇ ਪੱਥਰਾਂ ਦੇ ਸੀ ਉਹ ਅਸੀਂ ਸਾਈਡ ਤੇ ਕਰਤੇ ਆ। ਉਹਨਾਂ ਨੇ ਜਿਹੜੇ ਬੈਰੀਕੇਡ ਦੂਸਰੇ ਨੇ ਲੋਹੇ ਦੇ, ਆਹ ਤੇ ਸਾਡਾ ਨਿੱਕਾ ਜਿਹਾ ਨਿਆਣਾ ਨਾ, ਨਿੱਕੇ ਜਿਹੇ ਨਿਆਣੇ ਨੂੰ ਦੇ ਦਈਏ ਨਾ ਆਪਣਾ ਚੁੱਕਦੇ ਬਈ ਚੁੱਕ ਦੇਗਾ ਇਹ, ਚਲੋ ਅਸੀਂ ਕਿਹਾ ਕੋਈ ਗੱਲ ਨਹੀਂ, ਦਿੱਲੀ ਬਿੱਲੀ ਮਾਰਨੀ ਇੱਕੋ ਬਰਾਬਰ, ਪਰ ਹੌਲੀ ਹੌਲੀ ਜਿੱਦਾਂ ਇਹਨਾਂ ਨੇ ਸਾਨੂੰ ਮਾਰਿਆ ਨਾ, ਤੇ ਜਦੋਂ ਆਪਾਂ ਭੈਣ ਭਰਾ ਸਾਰੇ ਰਲ ਗਏ, ਬਾਪੂ ਦੀ ਕਿਰਪਾ ਹੋ ਗਈ, ਲੱਭਣੇ ਕੱਖ ਨਹੀਂ ਵੀਰੋ। ਜਿਹੜੇ ਆਪਣੇ ਟਰੈਕਟਰ ਨੇ ਇਹ ਫਿਰ ਆਪਾਂ ਉਸੇ ਵੇਟ 'ਚ ਖੜੇ ਆ ਵੀ ਜਦੋਂ ਇਹ ਪਰਾਂ ਕਰਨ, ਇਸੇ ਇੰਤਜ਼ਾਰ 'ਚ ਖੜੇ ਆ ਵੀ ਆਪਾਂ ਅੱਗੇ ਕੂਚ ਕਰ ਸਕੀਏ ਨਾ। ਵੀਰ ਜੀ ਆਪਾਂ ਪਹਿਲਾਂ ਕਰਨੀ ਹੈ ਬੇਨਤੀ, ਠੀਕ ਹੈ ਜੀ, ਬੇਨਤੀ ਕਰਾਂਗੇ, ਜੇ ਸਰਕਾਰ ਬੇਨਤੀ ਸਾਡੀ ਕਰ ਲੈਣਗੇ ਠੀਕ ਹੈ, ਤੇ ਨਹੀਂ ਤੇ ਫਿਰ ਸਿੰਘਾਂ ਨੂੰ ਪਤਾ ਹੀ ਹੈ ਜੋ ਕਰਨਾ। ਹੁਣ ਤੁਹਾਡੀ ਗੱਲਬਾਤ ਚੱਲ ਰਹੀ ਹੈ ਇਹਨਾਂ ਨਾਲ ਵੀ ਤੁਸੀਂ ਆਪਣਾ ਬੈਰੀਕੇਡ ਹਟਾ ਲਓ, ਤੇ ਕੀ ਕਹਿੰਦੇ ਨੇ ਉਹ? ਉਹ ਰੋਜ਼ ਹੀ ਕਹਿੰਦੇ ਕੋਈ ਨਹੀਂ ਹੋ ਜਾਏਗਾ
ਉਹ ਸਿਆਣੇ ਜਿੱਦਾਂ ਸਾਡੇ ਬਾਪੂ ਕਹਿੰਦੇ ਹੁੰਦੇ ਨੇ ਪੁਰਾਣੇ, ਕਹਿਣਾ ਮੋੜਨਾ ਨਹੀਂ, ਡੱਕਾ ਪਰ ਕੀ ਲੱਗਦਾ ਤੁਹਾਨੂੰ ਜੇ ਕਿਸਾਨ ਸ਼ਾਂਤੀਪੂਰਵਕ ਆਪਣਾ ਸੰਘਰਸ਼ ਕਰ ਰਹੇ ਨੇ, ਬੈਠੇ ਨੇ, ਕੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਨੇ ਕੀ ਕੁਝ ਇਹੀਆਂ ਹਰਕਤਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਬੈਠੇ ਨੇ ਉਹਨਾਂ ਨੂੰ ਤੁਸੀਂ ਕਿਉਂ ਉਹਨਾਂ ਦੇ ਮਨਾਂ 'ਚ ਭਰ ਰਹੇ ਹੋ ਵੀ ਅਸੀਂ ਤੁਹਾਡਾ ਰਾਹ ਰੋਕਾਂਗੇ ਜਾਂ ਅਸੀਂ ਤੁਹਾਨੂੰ ਇੱਥੋਂ ਹਟਾਉਣਾ ਚਾਹੁੰਦੇ ਹਾਂ? ਜੇ ਇੱਕ ਸ਼ਾਂਤੀਪੂਰਵਕ ਸੰਘਰਸ਼ ਚੱਲ ਰਿਹਾ ਤੁਹਾਨੂੰ ਚੱਲ ਦੇਣਾ ਚਾਹੀਦਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਵੀਰ ਜੀ ਚਲੋ ਤੁਸੀਂ ਵੀ ਸਾਡੇ ਭਰਾ ਹੋ। ਮੈਂ ਨਾ ਨਿੱਕਾ ਹੁੰਦਾ ਨਾ ਇੱਕ ਗਾਣਾ ਸੁਣਿਆ ਸੀ, ਲਾਰਾ ਲੱਪਾ ਲਾਈ ਰੱਖਦੀ, ਪਰ ਅੱਜ ਉਹ ਸਰਕਾਰਾਂ ਨੇ ਨਾ ਲਾਰਾ ਲੱਪਾ ਜਾਰੀ ਉਹ ਹੀ ਹੈ। ਲਾਰਾ ਲੱਪਾ ਗਾਣਾ ਚੱਲੀ ਜਾਂਦਾ, ਲਾਰਾ ਲੱਪਾ ਲਾਈ ਰੱਖਦੀ ਵੀ ਹੈ ਜੀ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਇੱਕੀ ਤੁੱਕੀ ਚੱਕ ਦਿਆਂਗੇ, ਰੱਖ ਦਿਆਂਗੇ, ਮੋਦੀ ਸਰਕਾਰ ਮੁਰਦਾਬਾਦ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਵੀਰ ਨੇ, ਜਿਹੜੇ ਨੌਜਵਾਨ ਵੀਰ ਨੇ ਇੱਥੇ ਬੈਰੀਗੇਡ ਤੇ ਖੜ ਕੇ ਕਿਵੇਂ ਨਾਅਰੇਬਾਜ਼ੀ ਕਰ ਰਹੇ ਆ, ਔਰ ਤੁਸੀਂ ਦੂਸਰੇ ਪਾਸੇ ਇਹ ਵੀ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਔਰ ਆਰਮੀ ਹੈ। ਜੇ ਮੇਰੇ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ ਵੀ ਉਹ ਕੈਮਰਾਮੈਨ ਥੋੜਾ ਜਿਹਾ ਅੱਗੇ ਆ ਕੇ ਮਾਹੌਲ ਥੋੜਾ ਜਿਹਾ ਦਿਖਾਇਆ ਜਾਵੇ। ਸੋ ਕੈਮਰਾਮੈਨ ਤੁਸੀਂ ਦੇਖ ਸਕਦੇ ਹੋ ਵੀ ਕੈਮਰਾਮੈਨ ਸਾਡੇ ਤੁਹਾਨੂੰ ਉੱਪਰੋਂ ਸ਼ਾਟ ਦੇ ਰਹੇ ਨੇ, ਕਿਉਂਕਿ ਤੁਸੀਂ ਜੇ ਦੇਖੋ ਵੀ ਇੱਥੇ ਜਿਹੜੀ ਬੈਰੀਗੇਡਿੰਗ ਕੀਤੀ ਹੋਈ ਹੈ, ਨਾਲ ਦੂਸਰੇ ਪਾਸੇ ਸੀਆਰਪੀਐਫ ਪੈਰਾਮਿਲਟਰੀ ਫੋਰਸ ਔਰ ਜਿਹੜੀ ਲੋਕਲ ਇੱਥੋਂ ਦੀ ਪੁਲਿਸ ਹੈ ਉਹ ਇੱਥੇ ਖੜੀ ਹੈ ਵੀ ਕੋਈ ਵੀ ਅਨਸਕਾਵੀ ਘਟਨਾ ਨਾ ਹੋ ਸਕੇ, ਕੋਈ ਵੀ ਹਲਚਲ ਔਰ ਕੋਈ ਵੀ ਸ਼ਰਾਰਤ ਨਾ ਕਿਸੇ ਕੰਨੀ ਹੋ ਸਕੇ। ਪਰ ਜੇ ਸਰਕਾਰਾਂ ਦਾ ਇਸ ਤਰ੍ਹਾਂ ਦਾ ਵਿਵਹਾਰ ਬਣਿਆ ਰਿਹਾ ਔਰ ਸਰਕਾਰਾਂ ਨਾ ਬਾਜ ਆਈਆਂ ਔਰ ਪ੍ਰਸ਼ਾਸਨ ਇਸੇ ਤਰ੍ਹਾਂ ਹੀ ਗਲਤੀ ਆਪਣੀ ਦੁਹਰਾਉਂਦਾ ਰਿਹਾ ਤਾਂ ਇਹ ਨੁਕਸਾਨ ਕੱਲਾ ਪ੍ਰਸ਼ਾਸਨ ਔਰ ਸਰਕਾਰ ਨੂੰ ਨਹੀਂ, ਸਾਨੂੰ ਸਾਰਿਆਂ ਨੂੰ ਹੀ ਝੱਲਣਾ ਪੈ ਸਕਦਾ ਹੈ। ਔਰ ਅਸੀਂ ਡੇਲੀ ਪੋਸਟ ਕਰਨੀਓ ਇਹੀ ਗੁਜ਼ਾਰਿਸ਼ ਕਰਾਂਗੇ ਵੀ ਸ਼ਾਂਤੀ ਬਣਾਈ ਰੱਖੋ। ਜੇ ਸ਼ਾਂਤੀਪੂਰਵਕ ਪ੍ਰੋਟੈਸਟ ਚੱਲ ਰਿਹਾ ਹੈ ਤਾਂ ਉਹਨੂੰ ਚੱਲਣ ਦਿੱਤਾ ਜਾਵੇ, ਕੋਈ ਵੀ ਇਸ ਤਰ੍ਹਾਂ ਦੀ ਹਰਕਤ ਜਾਂ ਕੋਈ ਵੀ ਇਸ ਤਰ੍ਹਾਂ ਦੀ ਮੂਵਮੈਂਟ ਨਾ ਕੀਤੀ ਜਾਵੇ ਜਿਸ ਤੋਂ ਇਹ ਮਾਹੌਲ ਗਰਮਾਏ ਔਰ ਇਹੋ ਜਿਹੀ ਸਥਿਤੀ ਬਣੇ ਬਈ ਬੈਰੀਗੇਡ ਤੋੜਨੇ ਪੈਣ ਆਪਾਂ ਨੂੰ ਜਾਂ ਆਪਾਂ ਨੂੰ ਪਰਲੇ ਪਾਸੇ ਜਾਣਾ ਪਵੇ। ਸੋ ਆਪਸ ਵਿੱਚ ਪਿਆਰ ਬਣਾਈ ਰੱਖਣਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਇੱਥੇ ਪੁਲਿਸ ਦੇ ਵੱਡੇ ਅਫਸਰ ਵੀ ਮੌਜੂਦ ਹਨ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਹਾਲਾਤ ਨੇ ਜੀ, ਕੀ ਇੱਥੇ ਰਣਨੀਤੀ ਚੱਲ ਰਹੀ ਹੈ। ਸੋ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਅਸੀਂ ਬੈਰੀਗੇਡ ਦੇ ਪਰਲੇ ਪਾਸੇ ਜਾਵਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਸੰਯੋਗੀ ਮੇਰੇ ਨਾਲ ਨੇ ਧਰਮਚੰਦਰ ਜੀ। ਸੋ ਧਰਮਚੰਦਰ ਜੀ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਸੋ ਥੈਂਕ ਯੂ ਫॉर ਜੁਆਇਨਿੰਗ ਜੀ ਦਿੱਲੀ। ਤੇ ਕੀ ਕਹਿਣਾ ਤੁਹਾਡਾ ਇੱਥੇ ਜਿਹੜਾ ਚੱਲ ਰਿਹਾ, ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਨਾਲ ਦੀ ਨਾਲ ਪਿੱਛੇ ਵੀ ਦਿਖਾਈ ਜਾਣ, ਕੀ ਕਹਿੰਦੇ ਹੋ ਤੁਸੀਂ ਇਹਦੇ ਬਾਰੇ ਜੀ? ਕੇਵਲ ਜੀ ਦੇਖੋ, ਇਸ ਵੇਲੇ ਨਾ ਜਿਹੜਾ ਕਿਸਾਨ ਅੰਦੋਲਨ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਸ਼ੁਰੂ ਹੋਇਆ, ਇਹ ਇਸ ਵੇਲੇ ਆਪਣੀ ਸਿਖਰ ਤੇ ਹੈ ਔਰ ਸਿਖਰਾਂ ਤੇ ਹੈ। ਉਸ ਵੇਲੇ ਇਹ ਅੰਦੋਲਨ ਦਾ ਜੋਸ਼ ਤੁਸੀਂ ਦੇਖ ਸਕਦੇ ਹੋ, ਛੋਟੇ ਬੱਚੇ ਤੋਂ ਲੈ ਕੇ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਹਰ ਤਰ੍ਹਾਂ ਦਾ ਜੋਸ਼ ਜਿਹੜਾ ਉਹ ਪੰਜਾਬ ਦਾ ਇੱਕ ਜੋਸ਼ ਦਿਖ ਰਿਹਾ। ਹਾਲਾਂਕਿ ਹੁਣ ਸਾਰੀਆਂ ਸਟੇਟਾਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ, ਹੈ ਨਾ। ਤੇ ਅੱਜ ਜੋ ਹੋਇਆ ਸਵੇਰੇ, ਆਪਾਂ ਉਸ ਘਟਨਾਕ੍ਰਮ ਤੇ ਵੀ ਆ ਜਾਈਏ ਵੀ ਸਵੇਰੇ ਜੋ ਹੋਇਆ ਬੈਰੀਕੇਡਿੰਗ ਤੋੜਨ ਦੀ ਗੱਲ ਚੱਲੀ, ਕੁਝ ਟੀਵੀ ਚੈਨਲਾਂ ਨੇ ਦਿਖਾਇਆ ਕਿ ਕੁਝ ਨੌਜਵਾਨਾਂ ਨੇ ਬੈਰੀਕੇਡਿੰਗ ਤੋੜ ਕੇ ਜੀ ਅੱਗੇ ਵੱਧ ਗਏ, ਜੇ ਉਹ ਅਸੀਂ ਸੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸੱਚ ਕੀ ਹੈ ਪੂਰੀ ਘਟਨਾ ਦਾ। ਤੇ ਗਰਾਊਂਡ ਜ਼ੀਰੋ ਤੋਂ ਇਹ ਹੈਗੀਆਂ ਸਾਰੀਆਂ ਤਸਵੀਰਾਂ। ਇਹ ਪੱਥਰ ਸੀਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿੱਥੇ ਜਿਹੜੀ ਹੈ ਬੈਰੀਕੇਡਿੰਗ ਹਟਾਏ ਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਪਿੱਛੇ ਦਾ ਅਸੀਂ ਕਾਰਨ ਵੀ ਤੁਹਾਨੂੰ ਦੱਸਾਂਗੇ ਦਰਸ਼ਕਾਂ ਨੂੰ। ਤੇ ਇਹ ਬੈਰੀਕੇਡਿੰਗ ਸੀਗੀ, ਇਹ ਬੈਰੀਕੇਡਿੰਗ ਜਿਹੜੀ ਹੈ ਜਿਨ੍ਹਾਂ ਲੋਕਾਂ ਨੇ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਇਹ ਦਲੀਲ ਹੈ ਕਿ ਬੀਤੇ ਲਗਾਤਾਰ ਕਈ ਦਿਨਾਂ ਤੋਂ ਦਿੱਲੀ ਪੁਲਿਸ ਉਹ ਇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਧਰ ਪਿੱਛੇ ਮੈਂ ਕੈਮਰਾਮੈਨ ਸਹਿਯੋਗੀ ਨੂੰ ਕਹੂੰਗਾ ਦਿਖਾਵੇ, ਪਿੱਛੇ ਜਿਹੜੀਆਂ ਦਿੱਲੀ ਸਰਕਾਰ ਨੇ ਟਾਇਲਟਸ ਬਣਾਈਆਂ ਹੋਈਆਂ ਨੇ ਔਰਤਾਂ ਲਈ ਖਾਸ ਤੌਰ ਤੇ ਦਿੱਕਤ ਇਹ ਸੀ ਵੀ ਜਦੋਂ ਬੈਰੀਕੇਡਿੰਗ ਅੱਗੇ ਵਧੂਗੀ ਤਾਂ ਉਹਨਾਂ ਦਾ ਵਕਫਾ ਹੋਰ ਜ਼ਿਆਦਾ ਵਧੂਗਾ। ਇੱਥੇ ਗਰੇਵਾਲ ਜੀ ਇੱਕ ਚੀਜ਼ ਦੇਖਣ ਵਾਲੀ ਹੈ ਵੀ ਦਿੱਲੀ ਪੁਲਿਸ ਤੇ ਦਿੱਲੀ ਸਰਕਾਰ ਦੇ ਵਿੱਚ ਤਾਲਮੇਲ ਤਾਂ ਸ਼ੁਰੂ ਤੋਂ ਨਹੀਂ ਹੈਗਾ, ਤੇ ਕਿਤੇ ਨਾ ਕਿਤੇ ਉਹ ਤਾਲਮੇਲ ਵੀ ਹੈ, ਪਰ ਨਾਲ ਹੀ ਇਸ ਸੰਘਰਸ਼ ਨੂੰ ਤਾਰਪੀੜੋ ਕਰਨ ਦੀਆਂ ਕੋਸ਼ਿਸ਼ਾਂ ਵੀ ਆਪਾਂ ਕਹਿ ਸਕਦੇ ਹਾਂ ਵੀ ਇਸ ਨੂੰ ਤਾਰਪੀੜੋ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਪਬਲਿਕ ਨੂੰ ਮਨਜ਼ੂਰ ਨਹੀਂ ਹੈ। ਜੋ ਬੀਤੇ 3 ਮਹੀਨਿਆਂ ਤੋਂ ਪਹਿਲਾਂ ਪੰਜਾਬ 'ਚ ਬੈਠੇ ਰਹੇ ਧਰਨਿਆਂ ਤੇ ਹੁਣ ਜਿਹੜਾ ਉਹ ਇੱਥੇ
ਲਗਾਤਾਰ ਡਟੇ ਹੋਏ ਨੇ। ਕਿੰਨੀ ਠੰਡ ਧੁੰਦ ਹੁੰਦੀ ਹੈ, ਇਸ ਦੇ ਬਾਵਜੂਦ ਡਟੇ ਹੋਏ ਨੇ। ਤੇ ਇਸ ਵੇਲੇ ਛੋਟੀ ਜਿਹੀ ਸ਼ਰਾਰਤ, ਚਾਹੇ ਉਹ ਪੁਲਿਸ ਵੱਲੋਂ ਹੋਵੇ ਚਾਹੇ ਕਿਸੇ ਸ਼ਰਾਰਤੀ ਵੱਲੋਂ ਹੋਵੇ, ਉਹ ਮਹਿੰਗੀ ਪੈ ਸਕਦੀ ਹੈ ਪੂਰੇ ਮਾਹੌਲ ਦੇ ਲਈ। ਪਰ ਪੁਲਿਸ ਨੂੰ, ਦਿੱਲੀ ਪੁਲਿਸ ਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਕਿ ਇਹਨੂੰ ਹੌਲੀ ਹੌਲੀ ਅੱਗੇ ਵਧਾਵੇ। ਤੇ ਫਿਰ ਕੁਦਰਤੀ ਹੈ, ਕਿਉਂਕਿ ਅੱਗੇ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਬੇਨਤੀ ਕਰ ਚੁੱਕੀਆਂ ਨੇ ਦਿੱਲੀ ਪੁਲਿਸ ਨੂੰ ਕਿ ਉਹਨਾਂ ਦੇ ਇੱਥੇ ਲੰਗਰ ਚੱਲਦੇ ਨੇ, ਪਿੱਛੇ ਸਟੇਜ ਹੈ, ਇਸ ਤੋਂ ਜ਼ਿਆਦਾ ਕੰਜਪਟ ਏਰੀਆ ਹੋਰ ਜ਼ਿਆਦਾ ਕੰਜਪਟ ਹੋਊਗਾ ਤੇ ਇਹਨੂੰ ਨਾ ਛੇੜਛਾੜ ਕੀਤੀ ਜਾਵੇ। ਜਦੋਂ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿਸੇ ਨੂੰ ਦਿੱਕਤ ਕੀ ਹੈ? ਤੇ ਫਿਰ ਜਦੋਂ ਇਹ ਛੇੜਛਾੜ ਸ਼ੁਰੂ ਹੋਈ ਤਾਂ ਸਵੇਰੇ ਅੱਜ ਨੌਜਵਾਨਾਂ ਨੇ ਕੁਛ ਨੇ ਮਤਲਬ ਅੱਕ ਕੇ ਇਹ ਸਟੈਪ ਲਿਆ ਕਿ ਇਸ ਬੈਰੀਕੇਡ ਨੂੰ ਉੱਥੇ ਪਹਿਲਾਂ ਵਾਲੀ ਥਾਂ ਤੇ ਧੱਕਣ ਦੀ ਕੋਸ਼ਿਸ਼ ਕੀਤੀ ਗਈ ਤੇ ਧੱਕਿਆ ਵੀ ਗਿਆ। ਆ ਜਿਹੜੇ ਪੱਥਰ ਸੀਗੇ ਤੁਸੀਂ ਦੇਖ ਸਕਦੇ ਹੋ, ਫਿਰ ਜੋਸ਼ ਅੱਗੇ ਪੱਥਰ ਪਹਿਲਾਂ ਵੀ ਨਹੀਂ ਟਿਕੇ। ਹਰਿਆਣਾ ਸਰਕਾਰ ਦੇ 15 ਫੁੱਟ ਡੂੰਘੇ ਟੋਏ ਨਹੀਂ ਟਿਕੇ ਤਾਂ ਇਹਨਾਂ ਨੇ ਕੀ ਟਿਕਣਾ। ਤੇ ਇਹ ਜਿਹੜੇ ਸੀ ਲੋਈਆਂ ਦੀਆਂ ਜਣੀ ਉਹ ਪਾ ਕੇ ਇਹਨਾਂ ਨੂੰ ਪਿੱਛੇ ਘੜੀਸ ਕੇ ਪਿੱਛੇ ਦਾ ਕਰਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ ਫਿਰ ਸ਼ਾਂਤ ਕੀਤਾ ਗਿਆ ਨੌਜਵਾਨਾਂ ਨੂੰ, ਜਥੇਬੰਦੀਆਂ ਵੱਲੋਂ, ਬਜ਼ੁਰਗਾਂ ਵੱਲੋਂ। ਤੇ ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਦੁਬਾਰਾ ਜਿਹੜੇ ਲਗਾਏ ਨੇ, ਪਰ ਪਿੱਛੇ ਹੁਣ ਅਸਲੀ ਜਗ੍ਹਾ ਤੇ ਆ ਗਏ ਨੇ। ਤੇ ਇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਛੇੜਛਾੜ ਸੀ ਜਿਹੜੀ ਹੋਈ ਹੈ। ਸਾਡੇ ਨਾਲ ਕੁਝ ਬਜ਼ੁਰਗ ਮੌਜੂਦ ਨੇ ਜਾਂ ਹੋਰ ਜਥੇਬੰਦੀਆਂ ਦੇ ਮੌਜੂਦ ਨੇ, ਇਹਨਾਂ ਤੋਂ ਵੀ ਪੁੱਛ ਲੈਂਦੇ ਆ। ਕੀ ਕਹਿਣਾ ਚਾਹੋਗੇ, ਕੀ ਸੀਗਾ ਇਹ ਸਾਰਾ, ਕਿਵੇਂ ਹੋ ਗਿਆ? ਕੀ ਸੀਗਾ ਜਿਹੜਾ ਬੈਰੀਕੇਡਿੰਗ ਹਟਾਈ ਗਈ, ਤੁਹਾਨੂੰ ਪਤਾ ਕੁਛ? ਹਾਂਜੀ, ਇਹਨਾਂ ਨੂੰ ਆਂਦੇ ਵੀ ਉਹ ਕਿਹੜਾ ਬਾਡੀਆਂ ਦੇ ਸਾਡੀਆਂ ਟਰਾਲੀਆਂ ਗਾਂਹ ਕਰ ਲੈਣ ਦੋ ਸਾਨੂੰ। ਉਹ 2-3 ਦਿਨ ਹੋ ਗਏ ਟਰਾਲੀਆਂ ਮੰਨਤੇ ਨਹੀਂ, ਆਂਦੇ ਵੀ ਨਹੀਂ ਕਰਨ ਦੇਣਾ, ਨਹੀਂ ਕਰਨ ਦੇਣਾ। ਉਹਨਾਂ ਨੇ ਫਿਰ ਹਾਰ ਕੇ ਅੱਜ ਟਰੈਕਟਰ ਆਪਣੇ ਲਾ ਕੇ ਤੇ ਲੋਈਆਂ ਪਾ ਕੇ, ਸੰਗਲ ਪਾ ਕੇ ਉਹਨਾਂ ਵੇ ਖਿੱਚ ਕੇ ਦੇਣ ਨੂੰ ਕਰਤੇ। ਨਹੀਂ, ਪਰ ਪੁਲਿਸ ਜਿਹੜੀ ਮੇਨ ਜਿਹੜਾ ਰੀਜ਼ਨ ਸਾਡੇ ਪੁੱਛਣ ਦਾ ਸਾਡਾ ਇਹ ਹੈ ਜੀ ਵੀ ਜਿਹੜੀ ਇਹ ਜਗ੍ਹਾ ਘਟਾਉਣ ਦਾ ਮਕਸਦ ਕੀ ਇਹਨਾਂ ਦਾ ਮੇਨ? ਜਦੋਂ ਆਪਾਂ ਇੱਕ ਆਰਾਮ ਨਾਲ ਬੈਠੇ ਆ, ਕਿਸੇ ਨੂੰ ਕੁਝ ਕਹਿ ਨਹੀਂ ਰਹੇ, ਕੀ ਮਕਸਦ ਕੀ ਹੈ? ਉਹ ਟਰਾਲੀਆਂ ਬਾਰੇ ਗਾਂ ਲਿਆਉਂਦਾ ਮਕਸਦ ਜੀ, ਹੋਰ ਤਾਂ ਨਹੀਂ ਕੋਈ ਗੱਲ। ਟਰਾਲੀਆਂ ਉਹਨਾਂ ਗਾਂ ਲਿਆਂਦੀਆਂ, ਹੋਰ ਨਹੀਂ ਇਹਨਾਂ ਨੂੰ ਨਹੀਂ ਕੁਝ ਕੀਤਾ ਕੋਈ ਗੱਲ ਟਰਾਲੀਆਂ। ਸੋ ਕਿਤੇ ਨਾ ਕਿਤੇ ਯਾਨੀ ਛੇੜਛਾੜ ਦਿਖ ਰਹੀ ਹੈ। ਪਰ ਕੁੱਲ ਮਿਲਾ ਕੇ ਇਸ ਵੇਲੇ ਜਿਹੜੇ ਸਟੇਜ ਤੇ ਅੰਦੋਲਨ ਪਹੁੰਚਿਆ ਹੋਇਆ, ਅਸੀਂ ਖੁਦ ਵੀ ਦੇਖ ਰਹੇ ਹਾਂ ਕਿ ਹੋਰ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਥੋੜੀ ਛੇੜਛਾੜ ਵੀ ਜਿਹੜੀ ਉਹ ਮਹਿੰਗੀ ਪੈ ਸਕਦੀ ਹੈ। ਸਾਡੇ ਨਾਲ ਕੁਝ ਪੁਲਿਸ ਅਧਿਕਾਰੀ ਵੀ ਮੌਜੂਦ ਨੇ, ਉਹਨਾਂ ਤੋਂ ਵੀ ਉਹਨਾਂ ਦਾ ਪੱਖ ਜਾਣਨਾ ਚਾਹਾਂਗੇ। ਤੇ ਇੱਧਰ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਵਧਾ ਦਿੱਤੀ ਗਈ ਹੈ। ਜਿਹੜੀ ਸਵੇਰੇ ਜੋ ਹੋਇਆ ਉਸ ਨੂੰ ਲੈ ਕੇ, ਉਸ ਘਟਨਾਕ੍ਰਮ ਨੂੰ ਲੈ ਕੇ ਪੁਲਿਸ ਅਧਿਕਾਰੀ ਸਾਡੇ ਨਾਲ मौजूद हैं, इन्हें तो जान लेने। सर डेली पोस्ट से हैं, लाइव चल रहा है, आप प्लीज ये बता दें कि ये घटनाक्रम को कैसे निपटा गया, क्यों, क्या हुआ था यहाँ पे? एक बार डी साहब को बता दो, उनसे बात करा देते हैं। नहीं, आपको थोड़ा ही बता दें, हम कोई ज्यादा नहीं। आगे आए थे तो वो थोड़ा सा हमने रिक्वेस्ट किया तो वो अपने आप ही वापस चले गए। वो कहते हैं कि बैरिकेडिंग थोड़ा आगे बढ़ा रही है दिल्ली पुलिस धीरे धीरे। नहीं, वो उन्होंने रिक्वेस्ट किया था तो थोड़ा सा स्पेस भी कम है ना, तो स्पेस के लिए तो इसकी वजह से यानी आगे हो रहा है। बोल दो। हाँ हाँ जी, मैं आपको उनसे मिलवा देता दिल्ली पुलिस के कुछ आला अधिकारी भी पूरे ਜਿਹੜੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਦਿੱਲੀ ਪੁਲਿਸ ਦੇ ਕੁਝ ਆਲਾ ਅਧਿਕਾਰੀ ਨੇ। ਸੋ ਕੈਮਰਾਮੈਨ ਨੂੰ पीछे सर जैन सर जी 2 मिनट लाइव चल रहा है, 2 मिनट ये सिर्फ वर्जन लेना है, ताजा घटनाक्रम के बारे में। ऐसे नहीं करते, पूछ जाते हैं। ਸੋ ਇਹ ਦਿੱਲੀ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹਾਲੇ ਜਾਇਜ਼ਾ ਲੈ ਰਹੇ ਹਾਂ ਸਥਿਤੀ ਦਾ, ਪੂਰੀ ਗੱਲਬਾਤ ਚੱਲ ਰਹੀ ਹੈ। ਪਹਿਲਾਂ ਇਹ ਇੱਥੇ ਜਿਹੜੇ ਮੌਜੂਦ ਅਧਿਕਾਰੀ ਸੀ ਉਹਨਾਂ ਨੂੰ ਮਿਲੇ ਨੇ, ਉਸ ਤੋਂ ਬਾਅਦ ਆਪਾਂ ਦੇਖ ਹੀ ਰਹੇ ਹਾਂ ਨਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਨੇ, ਕਿਉਂਕਿ ਬੜੀ ਇੱਕ ਨਾਜ਼ੁਕ ਜੀ ਸਥਿਤੀ ਵੀ ਹੈ ਪੂਰੀ ਪਬਲਿਕ ਨੂੰ ਕੰਟਰੋਲ ਕਰਨਾ। ਪਰ ਦੂਜੇ ਪਾਸੇ ਪਬਲਿਕ ਨਾਲ ਜਦੋਂ ਥੋੜੀ ਛੋਟੀ ਵੀ ਸ਼ਰਾਰਤ ਹੁੰਦੀ ਹੈ ਤਾਂ ਫਿਰ ਉਹ ਕੁਦਰਤੀ ਹੈ ਵੀ ਲਾਅ ਐਂਡ ਆਰਡਰ ਦੀ ਸਥਿਤੀ ਵੀ ਪੈਦਾ ਕਰਨ ਦੀ ਹੈ। ਤੇ ਹੁਣ ਜਿਹੜੀਆਂ ਤਾਜ਼ਾ ਇਹ ਤਸਵੀਰਾਂ ਨੇ, ਇਹ ਘਟਨਾਕ੍ਰਮ ਨੂੰ ਸੰਭਾਲਣ ਦੀਆਂ ਹੋ ਰਹੀਆਂ ਨੇ, ਡੈਮੇਜ ਕੰਟਰੋਲ ਦੀਆਂ ਹੋ ਰਹੀਆਂ ਨੇ। ਇੱਧਰ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਉਸ ਤੋਂ ਬਾਅਦ ਵਧਾਈ ਗਈ ਹੈ ਸਵੇਰੇ ਜੋ ਹੋਇਆ। ਪਰ ਸਭ ਤੋਂ ਵੱਡੀ ਗੱਲ ਗਰੇਵਾਲ ਜੀ ਇਹ ਹੈ ਕਿ ਇਹ ਘਟਨਾਕ੍ਰਮ ਹੋਏ ਕਿਉਂ? ਕਿਉਂਕਿ ਜਦੋਂ ਇਸ ਵੇਲੇ ਹੈ ਨਾ ਕਲਾਈਮੈਕਸ ਤੇ ਅੰਦੋਲਨ ਚੱਲ ਰਿਹਾ ਤਾਂ ਉਸ ਵੇਲੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ, ਕਿਸੇ ਵੀ ਛੇੜਛਾੜ ਤੋਂ ਬਚਣਾ ਚਾਹੀਦਾ। ਹਾਲਾਂਕਿ ਪਿਛਲੇ ਦਿਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਛੋਟੀ ਛੋਟੀ ਚੀਜ਼ ਤੇ ਕੁਝ ਮਤਲਬ ਆਪਾਂ ਕਹਿ ਲਈਏ ਮਾੜੀ ਮੋਟੀ ਇੱਕ ਦੂਜੇ ਨਾਲ ਜਿਵੇਂ ਘਰ ਦੇ ਵਿੱਚ ਬਹਿ ਕੇ ਨੋਕ-ਝੋਕ ਹੁੰਦੀ ਰਹਿੰਦੀ ਹੈ, ਉਹ ਹੁੰਦੀ ਮਾਮੂਲੀ ਨੋਕ-ਝੋਕ ਹੈ, ਪਰ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕੁਝ ਆਪਾਂ ਕਹਿ ਲਈਏ ਕੁਝ ਜਿਹੜੇ ਦੂਜੇ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਇਸ ਅੰਦੋਲਨ ਨੂੰ ਤਾਰ-ਪੀੜੋ ਕੀਤਾ ਜਾ ਸਕੇ। ਤੁਸੀਂ ਦੇਖ ਸਕਦੇ ਹੋ, ਤੁਹਾਡੀ ਗੱਲ ਵਿਚਾਲੇ ਆ ਵੀ ਜਿਹੜੇ ਟਿੱਪਰ ਨੇ ਸਿਖਰ ਹੈ ਉਹ ਇਸ ਵੇਲੇ ਇਹ ਦੱਸਦਾ ਕਿ ਇਸ ਵੇਲੇ ਜਿਵੇਂ ਸਿਖਰ ਤੇ ਹੈ, ਅਗਰ ਇਸੇ ਤਰ੍ਹਾਂ ਸ਼ਾਂਤੀਪੂਰਨ ਅੱਗੇ ਵੱਧਦਾ ਰਿਹਾ ਤਾਂ ਬਿਲਕੁਲ ਇਹ ਸਫਲਤਾ ਛੋ ਸਕਦਾ ਹੈ।
ਠੀਕ ਹੈ ਨਾ। ਔਰ ਸਰਕਾਰਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਇਹੋ ਜਿਹੇ ਅੰਦੋਲਨਾਂ ਨੂੰ ਫੇਲ ਕਰਨ ਵਾਸਤੇ ਹੁੰਦੇ ਨੇ ਵੀ ਜਿਹੜੇ ਬੰਦੇ ਵਿੱਚ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਆਪਸ ਦੇ ਵਿੱਚ ਮਿਲਾ ਦਿਓ, ਕਿਉਂਕਿ ਉਹ ਆਪ ਤਾਂ ਕੁਝ ਕਰ ਨਹੀਂ ਸਕਦੇ। ਇਹਨਾਂ ਦਾ ਜਿੰਨਾ ਸ਼ਾਂਤੀਪੂਰਨ ਅੰਦੋਲਨ ਹੈ, ਸਰਕਾਰ ਸੀ ਐਂਡ ਵਾਚ ਦੀ ਨੀਤੀ ਚੱਲ ਰਹੀ ਹੈ, ਪਰ ਇੱਧਰ ਤੁਸੀਂ ਵੇਖ ਸਕਦੇ ਹੋ ਉਹ ਵੀ ਮਤਲਬ ਕਿਸਾਨ ਜਿਹੜੇ ਨੇ ਉਹ ਆਪਦੇ ਸਿਰੜ ਤੇ ਪੱਕੇ ਨੇ। ਉਹ ਕਹਿੰਦੇ ਨੇ ਤੁਸੀਂ 6 ਮਹੀਨੇ ਕੀ ਅਸੀਂ 6 ਸਾਲ ਬੈਠਣ ਲਈ ਤਿਆਰ ਹਾਂ, ਠੀਕ ਹੈ। ਹੁਣ ਇੱਥੇ ਦੋਨਾਂ ਦੇ ਸਬਰ ਦੀ ਇੱਕ ਪ੍ਰੀਖਿਆ ਹੋ ਰਹੀ ਹੈ। ਅਗਰ ਕਿਸਾਨ ਇਹ ਸਬਰ ਬਣਾਈ ਰੱਖਣਗੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਠੀਕ ਹੈ ਜਿੱਤ ਹੋਊਗੀ, ਕਿਉਂਕਿ ਇਹ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਸਰਕਾਰ ਕਿੰਨਾ ਚਿਰ ਸ਼ੋਅ ਕਰੂਗੀ ਕਿ ਅਸੀਂ ਸਹੀ ਹਾਂ, ਇੰਨੇ ਲੋਕ ਗਲਤ ਨੇ, ਜੋ ਲੱਖਾਂ ਲੋਕ ਬੈਠੇ ਨੇ ਉਹ ਗਲਤ ਨਹੀਂ ਨਾ ਹੋ ਸਕਦੇ। ਸਰਕਾਰਾਂ ਕਿਹਦੇ ਨਾਲ ਬਣਦੀਆਂ ਨੇ? ਵੋਟਾਂ ਨਾਲ ਬਣਦੀਆਂ ਨੇ। ਤੇ ਜੇ ਵੋਟਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਤੁਸੀਂ ਕਿਸੇ ਦਾ ਫਾਇਦਾ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਖੁਦ ਨਹੀਂ ਲੱਗ ਰਿਹਾ ਵੀ ਸਾਡਾ ਫਾਇਦਾ ਇਹਦੇ 'ਚ, ਤਾਂ ਫਿਰ ਕਿਵੇਂ ਮਤਲਬ ਇਹ ਚੀਜ਼ਾਂ ਸਹੀ ਸਾਬਤ ਹੋ ਸਕਦੀਆਂ ਨੇ? ਸਰਕਾਰ ਨੂੰ ਇੱਥੇ ਆਪਣੀ ਜਿੱਦ ਛੱਡਣੀ ਚਾਹੀਦੀ ਹੈ। ਕਿਸਾਨਾਂ ਦੇ ਜਿਹੜਾ ਪਿੱਛੇ ਆਉਣਾ ਚਾਹੀਦਾ। ਸਾਡੇ ਨਾਲ ਕੁਝ ਕਿਸਾਨ ਆਗੂ ਵੀ ਮੌਜੂਦ ਨੇ, ਇਹਨਾਂ ਤੋਂ ਵੀ ਸੁਣ ਲੈਂਦੇ ਆ। ਇੱਕ ਜਾਣਨਾ ਚਾਹਾਂਗੇ, ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦਾ ਜੀ ਫਾਇਦਾ ਕਰ ਰਹੇ ਹਾਂ ਬਹੁਤ, ਠੀਕ ਹੈ ਜੀ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਮੈਂ ਕਿਸਾਨਾਂ ਦਾ ਸੇਵਾਦਾਰ ਹਾਂ, ਇਧਰ ਕੇਜਰੀਵਾਲ ਕਹਿ ਰਿਹਾ ਮੈਂ ਸੇਵਾਦਾਰ ਹਾਂ, ਤੇ ਮੋਦੀ ਕਹਿੰਦਾ ਮੈਂ ਤਾਂ ਚੌਕੀਦਾਰ ਵੀ ਹਾਂ, ਸੇਵਾਦਾਰ ਵੀ ਹਾਂ। ਤੇ ਕਿਸਾਨ ਆ ਧੁੰਦ 'ਚ ਠੰਡ 'ਚ ਬੈਠੇ ਨੇ, ਤੇ ਸੇਵਾ ਕੌਣ ਕਰ ਰਿਹਾ ਫਿਰ? ਸਾਡੀ ਇੱਕੋ ਮੰਗ ਹੈ ਵੀ ਖੇਤੀ 3 ਬਿੱਲ ਰੱਦ ਕਰੋ, ਬਸ 100 ਤਰ੍ਹਾਂ ਸਿਰੇ ਮੰਨ ਕੇ ਨਹੀਂ ਰਹੇ। ਬਸ ਖੇਤੀ ਬਿੱਲ ਰੱਦ ਕਰੋ। ਜਦੋਂ ਇਹ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਫਾਇਦੇ ਲਈ ਖੇਤੀ ਬਿੱਲ ਲਿਆਂਦੇ ਨੇ, ਕਿਸਾਨ ਕਹਿੰਦੇ ਨੇ ਸਾਡਾ ਨੁਕਸਾਨ ਹੈ, ਸਾਡਾ ਨੁਕਸਾਨ ਹੋ ਰਿਹਾ, ਫਾਇਦਾ ਸਾਡਾ ਕਰਾ। ਤੇ ਫਿਰ ਕਿਉਂ ਨਹੀਂ ਵਾਪਸ ਸਾਡੇ ਕੋਲ ਕੋਈ ਫਾਇਦਾ ਨਹੀਂ ਲੱਗਦਾ? ਤੁਹਾਨੂੰ ਕੀ ਲੱਗਦਾ ਕੀ ਸੋਚ ਰਹੇ ਨੇ? ਅਸੀਂ ਜਿੰਨਾ ਚਿਰ ਸਾਡੇ ਖੇਤੀ ਬਿੱਲ ਰੱਦ ਨਹੀਂ ਹੁੰਦੇ ਅਸੀਂ ਇੱਥੋਂ ਜਾਵਾਂਗੇ ਨਹੀਂ। ਸਾਲ ਅਸੀਂ ਰਾਸ਼ਨ ਲਿਆਂਦਾ ਹੈ। ਕਿਉਂਕਿ ਇਹ ਜਿਹੜਾ ਸੰਘਰਸ਼ ਸ਼ੁਰੂ ਹੋਇਆ ਇਹ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ। ਹਾਲਾਂਕਿ ਸਾਰੀਆਂ ਸਟੇਟਾਂ ਦਾ ਹੁਣ ਇਹ ਅੰਦੋਲਨ ਬਣ ਗਿਆ, ਤੇ ਇੱਥੋਂ ਰਾਸ਼ਨ ਮੁੱਕਣ ਦਾ ਸਵਾਲ ਹੀ ਨਹੀਂ। ਪੰਜਾਬ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ। ਲੰਗਰ ਤਾਂ ਕਦੀ ਖਤਮ ਹੀ ਨਹੀਂ ਹੁੰਦਾ। 20 ਰੁਪਏ ਵਾਲਾ ਲੰਗਰ ਇਹ ਜਿਹੜਾ ਵਰਤ ਰਿਹਾ, ਇਹ ਸ਼ਾਇਦ ਅਸੀਂ ਵਰਤਦਾ ਰਹਿਣਾ। ਜੋ ਮਰਜ਼ੀ ਸੰਘਰਸ਼ ਜਿਵੇਂ ਵੀ ਚੱਲੂਗਾ ਉਵੇਂ ਚੱਲੂ, ਪਰ ਲੰਗਰ ਮੈਨੂੰ ਨਹੀਂ ਲੱਗਦਾ ਵੀ ਕਦੀ ਖਤਮ ਹੋ ਸਕਦਾ। ਤੇ ਇਹ ਤਾਂ ਹੋ ਹੀ ਨਹੀਂ ਸਕਦਾ। ਬਲਕਿ ਇਸ ਪੂਰੇ ਸੰਘਰਸ਼ ਦੀ ਗਰੇਵਾਲ ਸਾਹਿਬ ਇੱਕ ਚੀਜ਼ ਹੈ ਵੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਤਾਰੀਫ ਕਰਨੀ ਇਹ ਬਣਦੀ ਹੈ ਵੀ ਲੋਕ ਆਪਣੇ ਸਬਰ ਨਾਲ ਬੈਠੇ ਹੋਏ ਨੇ। ਹੁਣ ਆ ਵੀ ਸਵੇਰੇ ਜੋ ਛੇੜਛਾੜ ਹੋਈ, ਇਹਦੇ ਲਈ ਜਿੱਦਾਂ ਦੱਸਿਆ ਜਾ ਰਿਹਾ ਕਿ ਦਿੱਲੀ ਪੁਲਿਸ ਹੌਲੀ ਹੌਲੀ ਜਦੋਂ ਬੈਰੀਕੇਡਿੰਗ ਅੱਗੇ ਵਧਾ ਰਹੀ ਹੈ, ਉਹਨਾਂ ਦਾ ਸਥਾਨ ਘਟ ਰਿਹਾ ਹੈ, ਤਾਂ ਫਿਰ ਉਹ ਜ਼ਿੰਮੇਦਾਰ ਹੈ ਜੀ ਇਹਦੇ ਨਾਲ, ਕਿਉਂਕਿ ਕਿਸੇ ਨਾਲ ਆਪਾਂ ਗਲਾ ਘੁੱਟਦਾ ਜਾਵਾਂਗੇ ਤਾਂ ਸਾਹ ਲੈਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਨੂੰ ਘੱਟੋ ਘੱਟ ਬੈਠਣ ਤਾਂ ਦਿਓ ਨਾ। ਉਹ ਧੁੰਦ ਦੀ ਠੰਡ 'ਚ ਬੈਠੇ ਨੇ। ਹਾਲਾਂਕਿ ਇਹ ਸਾਡੀ ਵਿਰਾਸਤ ਹੈ, ਪੰਜਾਬ ਦੇ ਲੋਕ ਇਸ ਵਿਰਾਸਤ ਤੋਂ ਕਿਉਂਕਿ ਸਾਨੂੰ ਨਾ ਅੱਗੇ ਵਧਣ ਵਾਸਤੇ ਸਾਡਾ ਪਿੱਛਾ ਮਤਲਬ ਉਹ ਹੋਣਾ ਸਟਰੋਂਗ ਹੋਣਾ ਚਾਹੀਦਾ, ਸਾਡੇ ਕੋਲ ਬੈਕਅਪ ਹੋਣਾ ਚਾਹੀਦਾ ਹੈ। ਔਰ ਪੰਜਾਬ ਕੋਲ ਇੱਕ ਇਸ ਤਰ੍ਹਾਂ ਦਾ ਇਤਿਹਾਸ ਹੈ ਵੀ ਸਾਡੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇਸੇ ਮੌਸਮ 'ਚ, ਔਰ ਇਸ ਵੇਲੇ ਦਾ 15 ਦਿਨਾਂ ਤੋਂ ਸਾਨੂੰ ਠੰਡ ਚੱਲ ਰਿਹਾ ਜੀ। 15 ਦਿਨਾਂ ਤੋਂ ਸਾਨੂੰ ਠੰਡ ਝੁਕਾ ਹੀ ਨਹੀਂ ਸਕਦੀ, ਚਾਹੇ ਬਰਫ਼ ਪੈਣ ਲੱਗ ਜੇ, ਠੀਕ ਹੈ ਨਾ। ਇੱਥੇ ਸਾਡੇ ਕੋਲ ਇੱਕ ਤਾਕਤ ਮਿਲਦੀ ਹੈ ਸਾਡੀ ਇਤਿਹਾਸਕ ਵਿਰਾਸਤ ਦੇ ਵਿੱਚੋਂ ਕਿ ਸਾਡੀਆਂ ਸ਼ਹੀਦੀਆਂ ਜਿਹੜੀਆਂ ਮਹਾਨ ਸ਼ਹੀਦੀਆਂ ਹੋਈਆਂ ਉਹ ਇਸੇ ਠੰਡ ਕਰਕੇ ਹੋਈਆਂ। ਬਲਕਿ ਜਿਹੜੇ ਵਿਦਵਾਨ ਨੇ, ਸਿੱਖ ਵਿਦਵਾਨ ਨੇ, ਉਹ ਤਾਂ ਕਹਿੰਦੇ ਹੀ ਆਏ ਨੇ ਵੀ ਤੁਸੀਂ ਫਤਿਹਗੜ੍ਹ ਸਾਹਿਬ ਦੇ ਮੇਲੇ ਆਉਂਦੇ ਹੋ, ਤੁਸੀਂ ਉੱਥੇ ਆਉਂਦੇ ਹੋ ਤਾਂ ਠੰਡ ਨੂੰ ਮਹਿਸੂਸ ਕਰਨ ਆਓ, ਉੱਥੇ ਕੰਬਲੀਆਂ ਲੈ ਕੇ ਨਾ ਉੱਥੇ ਆਪਦਾ ਮਹਿਸੂਸ ਕਰੋ ਵੀ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਕਿਵੇਂ ਠੰਡ ਨੂੰ ਉਹ ਰਾਤ ਬਿਤਾਈ ਹੈ ਨਾ। ਤੇ ਅੱਜ ਮੌਕਾ ਮਿਲ ਰਿਹਾ ਤਾਂ ਸੰਗਤਾਂ ਜਿਹੜੀਆਂ ਇਹ ਦਿੱਤਾ ਵੀ ਤੁਸੀਂ ਪੰਜਾਬ ਵਾਸਤੇ ਕਹਿ ਰਹੇ ਮੋਦੀ ਜੀ ਗੱਲ ਹੈ, ਉਹਦੇ ਵਿੱਚ ਨਾ ਹਾਕਮ ਧਿਰਾਂ ਦਾ ਇੱਕ ਵੱਡਾ ਨੂੰ ਖੇਰੂ ਅੰਦਰੋਂ ਹੀ ਕਰ ਦੋ। ਕੋਝੀਆਂ ਚੱਲ ਬਜ਼ੁਰਗਾਂ ਨੇ ਦੇਖੇ ਹੋਣਗੇ, ਔਰ ਇਹ ਨੇ ਉਹ ਕਹਿੰਦੇ ਨੇ 6 ਮਹੀਨੇ ਨਹੀਂ ਜੀ, ਉਹ ਤਾਂ ਸਾਡੇ ਬਜ਼ੁਰਗ ਲੈ ਕੇ ਆਏ ਨੇ, ਅਸੀਂ 6 ਸਾਲ ਦਾ ਪ੍ਰਬੰਧਕ ਹੈ ਇਸ ਉਹ ਕਰ ਲੈ। ਜੇ ਦੁਬਾਰੇ ਖੇਤੀ ਕਰਨੀ ਪਵੇ, ਪ੍ਰਵਿੰਦਰ ਜੀ ਮੈਂ ਦਵਾਈ ਦੇਣੀ ਹੋਵੇ, ਉਹਨੂੰ ਇਹ ਅਧਿਕਾਰ ਆ। ਇਹ ਦਵਾਈ ਨਹੀਂ ਚਾਹੀਦੀ। ਜਦੋਂ ਮੈਂ ਕਹਿ ਰਿਹਾ ਡਾਕਟਰ ਨੂੰ, ਮੈਨੂੰ ਇਹ ਪਰਿਵਾਰ ਦੇ ਜੀਵ ਵੀ ਇੱਕ ਸੁਭਾਅ ਦੇ ਨਹੀਂ ਹੁੰਦੇ, ਇੱਕ ਮਾਂ ਦੇ ਜੰਮੇ, ਤੇ ਉਹਨਾਂ ਦਾ ਥੋੜਾ ਬਹੁਤਾ ਮਤਭੇਦ ਹੁੰਦਾ। ਜਦੋਂ ਡਿਊਟੀ ਤੇ ਖੜੇ ਨੇ, ਮੈਂ ਵੀ ਡਿਊਟੀ ਕਰਕੇ ਆਇਆ, ਇਹ ਸਾਡੇ ਹੀ ਨੇ। ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਰਾਹੀਂ ਦੀ ਡੈਫੀਨੇਸ਼ਨ ਦਿੱਤੀ ਆ ਕਿ ਹੁੰਦਿਆ ਤਾਂ ਰਾਜਗੱਦੀ ਤੇ ਬਹਿੰਦਾ, ਸੁਣਦੇ ਨਹੀਂ। ਇਹ ਜਨਤਾ ਦੇ ਨੇ, ਆਵਾਜ਼ ਹੈ, ਠੀਕ ਹੈ ਨਾ। ਇਹ ਚੌਕੀਦਾਰ ਨਹੀਂ। ਸੰਘਰਸ਼ ਸੀ ਕਿਸਾਨਾਂ ਦਾ, ਅੱਜ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ। ਅੱਜ ਕਿਸਾਨ ਦਾ ਸੰਘਰਸ਼ ਨਹੀਂ ਆ, ਅੱਜ ਇਨਸਾਨ ਦਾ ਸੰਘਰਸ਼ ਹੈ। ਇੱਥੇ ਹਰ ਅਨਪੜ੍ਹ ਚਾਹੇ ਕਿਸੇ ਧਰਮ ਦਾ, ਮੈਂ ਕਹਿੰਦਾ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਰ ਇਨਸਾਨ ਨੂੰ, ਚਾਹੇ ਉਹ ਮੁਲਾਜ਼ਮ ਵੀ ਹੋਵੇ, ਹਰ ਜ਼ਿਲ੍ਹੇ ਦਾ, ਹਰ ਸਟੇਟ ਦਾ ਬੰਦਾ ਇੱਥੇ ਅੱਜ ਏਕਤਾ ਦਿਖਣ ਡਈ ਆ। ਇਹੀ ਇਹਨਾਂ ਨੂੰ ਚੁੱਭਦੀ ਆ। ਬਿਲਕੁਲ ਹੋਰ ਇਹਨਾਂ ਨੂੰ ਤਕਲੀਫ ਕੋਈ ਨਹੀਂ। ਪਤੇ ਦੀ ਗੱਲ ਰੱਦ ਕਰਨੇ ਜਿਹੜਾ ਬੰਦਾ ਹੱਕਿਆ ਨੂੰ, ਰੱਬ ਨੇ ਪਰ ਕੀ ਆਪਣੀ ਚੀਜ਼ ਰੱਦ ਨਹੀਂ ਕਰ ਸਕਦਾ? ਜੇ ਆਪਣੀ ਚੀਜ਼ ਉਹ ਰੱਦ ਨਹੀਂ ਕਰ ਸਕਦਾ, ਉਹ ਕੁਝ ਵੀ ਕਰਦੇ ਬਣਾਇਆ। ਜਦੋਂ ਜਨਤਾ ਦੇ ਦਿਲਾਂ ਵਿੱਚ ਤੁਹਾਡੀ ਥਾਂ ਨਾ ਰਹੀ, ਤੁਹਾਡੀਆਂ ਕੁਰਸੀਆਂ ਖੁੱਸ ਜਾਣਗੀਆਂ। ਕਿਸੇ ਦੀ ਨਹੀਂ ਰਹਿਣੀ ਕੁਰਸੀ ਇੱਥੇ। ਕਿ ਜਨਤਾ ਨੂੰ ਮਾਰਨ ਅਕਾਦਲੀ ਲੜਾਈ ਵੀ ਨਾ ਹੋਵੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਸਿੱਖਣਾ ਚਾਹੀਦਾ।